पंगा इन्हें अमरिंदर सिंह नाल ले लिया पटियाले दे विच आके जी। 75-25 कौन? साबका मुख मंत्री सरदार प्रकाश सिंह बादल बहुत समय तो बाद पहली बार होया जदों विधान सभा बादलों तो मुक्त है। 2024 तो पहला वो पंजाब नूं अपने नाल रखण वास्ते ये विशेष दर्जा दे देण। दादूवाल साहब ने अपनी गल करती सी उदन, वो कहते भी जे परिवारवाद नूं पासे छड्ड के तुसीं कोई भी मुद्दा लियाओगे श्रोमणी कमेटी असीं तुहाडे नाल हैं। ते परिवारवाद कौन है जी? बादल परिवार। ਤੇ ਸਰਦਾਰ ਸੁਖਬੀਰ ਸਿੰਘ ਵਿੱਚ ਬੈਠੇ ਸੀ ਉੱਥੇ। ਜੇਕਰ ਗੱਲ ਕੀਤੀ ਜਾਵੇ ਅੱਜ ਦੀ ਅਹਿਮ ਖਬਰ ਦੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਜਿਹੜੀ 1 ਸਾਲ ਦੀ ਸਜ਼ਾ ਕੀਤੀ ਗਈ ਹੈ। ਇਹ ਮਾਮਲਾ 1988 ਦਾ ਹੈ। ਢਿੱਲੋਂ ਸਾਹਿਬ ਕੀ ਹੈ ਪੂਰਾ ਮਾਮਲਾ ਜੀ? ਤੇ ਜਿਹੜਾ ਬੰਦਾ ਚੜ੍ਹਾਈ ਵਾਲਾ ਹੋਵੇ ਇੱਕ ਗੱਲ ਪੱਕੀ ਹੈ ਕਿ ਇਮਾਨਦਾਰੀ ਦੇ ਪੱਖ ਤੋਂ ਇਹਦਾ ਕੋਈ ਮੁਕਾਬਲਾ। ਇਹ ਜੇਲ੍ਹ ਚੱਲੇ ਹੈ ਸੁਨੀਲ ਜਾਖੜ ਜੀ, ਭਾਰਤੀ ਜਨਤਾ ਪਾਰਟੀ ਜਾ ਪਹੁੰਚਿਆ ਹੈਗਾ। ਹਾਰਦਿਕ ਪਟੇਲ ਨੇ ਵੀ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਲੱਗਦੇ ਆ ਗੁਜਰਾਤ ਦੇ, ਉਹ ਵੀ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਵੱਲ ਜਾਵੇ। ਹਾਈ ਕਮਾਂਡ ਅੱਜ ਦੀ ਸਥਿਤੀ ਤੋਂ ਤਾਂ ਮੈਨੂੰ ਇਹ ਲੱਗਦਾ ਕਿ ਲੋ ਕਮਾਂਡ ਤੋਂ ਵੀ ਕੋਈ ਥੱਲੇ ਹੋਵੇ ਜਿਹੜੀ ਕਮਾਂਡ ਉਹ ਲੱਗਦੀ ਹੈ। 3 ਡਬਲਯੂਆਂ ਦੇ ਇਲਜ਼ਾਮ ਆਮ ਤੌਰ ਤੇ ਬੰਦੇ ਦੇ ਲੱਗਦੇ ਆ, ਪਰ ਨਵਜੋਤ ਸਿੰਘ ਸਿੱਧੂ ਤੇ ਇੱਕ ਸਿੰਗਲ ਇਲਜ਼ਾਮ ਜੇ ਤਾਂ ਕਿਸੇ ਨਾਲ ਬਣਾ ਕੇ ਰੱਖੀ ਹੋਵੇ ਫਿਰ ਤਾਂ 4 ਬੰਦੇ ਪਿੱਛੇ ਤੁਰਨ। ਜਿਹੜਾ ਬੰਦਾ ਇਸ ਵੇਲੇ ਕਾਂਗਰਸ ਦਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ, ਇਹ ਇਹਦਾ ਖਾਸਮ ਖਾਸ ਸੀ। ਕਈ ਲੋਕਾਂ ਦੀ ਇਹ ਚਰਚਾ ਹੈ ਕਿ ਕਾਂਗਰਸ ਦਾ ਘੋਗਾ ਚਿੱਤ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਿਉਂਤਬੰਦੀ ਦੇ ਨਾਲ ਉੱਪਰਲੇ ਪਾਸੋਂ ਭੇਜਿਆ ਗਿਆ। ਪਟਿਆਲੇ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ, ਉਹ ਭਲਿਆ ਮਾਨਸਾ ਕੱਢਤਾ ਤੂੰ ਰਿਹਾ ਮਹਿੰਗਾਈ ਦਾ, ਤੇ ਚੜ੍ਹ ਕੇ ਬਹਿ ਗਿਆ ਹਾਥੀ ਤੇ। ਸ਼ਿੰਗਾਰ ਸ਼ੰਗੂਰ ਕੇ ਹਾਥੀ ਦੇ ਉੱਤੇ ਬੈਠੇ ਵਿਪਰੀਤ ਬੁੱਧੀ। ਪਟਿਆਲੇ ਹੁੰਦਾ ਤੇ ਕੇਂਦਰੀ ਜੇਲ੍ਹ ਪਟਿਆਲੇ ਜਾਂਦਾ ਜਿੱਥੇ ਇਹਦਾ ਖਾਸਮ ਖਾਸ ਮਿੱਤਰ ਬਿਕਰਮ ਸਿੰਘ ਮਜੀਠੀਆ ਬੈਠਾ ਜੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਪੂਰਾ ਹੋ ਜਾਏ ਜਿਹ 'ਚ ਉਹਨੇ ਕਿਹਾ ਸੀ ਕਿ ਕਾਂਗਰਸ ਮੁਕਤ ਕਿ ਰੀਜਨਲ ਪਾਰਟੀਆਂ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀ ਰੀਜਨਲ ਪਾਰਟੀ ਕਿਹੜੀ ਹੈ? ਅਕਾਲੀ ਦਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਬੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਉਹਨਾਂ ਦਾ ਸਵਾਗਤ ਕਰ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਅੱਜ ਦੀ ਅਹਿਮ ਖਬਰ ਦੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਜਿਹੜੀ 1 ਸਾਲ ਦੀ ਸਜ਼ਾ ਕੀਤੀ ਗਈ ਹੈ। ਇਹ ਮਾਮਲਾ 1988 ਦਾ ਹੈ। ਢਿੱਲੋਂ ਸਾਹਿਬ ਕੀ ਹੈ ਪੂਰਾ ਮਾਮਲਾ ਜੀ? 1988 ਦੇ ਵਿੱਚ ਨਵਜੋਤ ਸਿੰਘ ਸਿੱਧੂ ਬੜੀ ਚੜ੍ਹਤ 'ਚ ਹੁੰਦਾ ਸੀ। ਉਦੋਂ ਇੱਕ ਚੰਗਾ ਕ੍ਰਿਕਟਰ ਦਾ ਖਿਡਾਰੀ ਸੀ। ਸਥਾਨਕ ਸਟੇਟ ਬੈਂਕ ਆਫ ਇੰਡੀਆ, ਉਸ ਵੇਲੇ ਇਹ ਸਟੇਟ ਬੈਂਕ ਆਫ ਪਟਿਆਲਾ ਦਾ ਮੁੱਖ ਦਫ਼ਤਰ ਸੀ। ਇਹਦੇ ਨੇੜੇ ਗੱਡੀ ਦੇ ਮਾਮਲੇ ਦੇ ਵਿੱਚ ਇਹਦੀ ਇੱਕ ਬਜ਼ੁਰਗ ਦੇ ਨਾਲ ਝਗੜਾ ਹੋ ਗਿਆ ਜਿਨ੍ਹਾਂ ਦਾ ਨਾਮ ਗੁਰਨਾਮ ਸਿੰਘ ਸੀ। ਝਗੜੇ ਦੇ ਵਿੱਚ ਇਹਦਾ ਝਗੜਾ ਦੇ ਵਿੱਚ ਉਹਨਾਂ ਦੀ ਦੱਸਿਆ ਜਾਂਦਾ ਕਿ ਬਾਅਦ ਦੇ ਵਿੱਚ ਮੌਤ ਹੋ ਗਈ। ਇਹ 'ਤੇ ਪਰਚਾ ਦਰਜ ਹੋ ਗਿਆ। ਇਹਨੇ ਚੰਗੀ ਤਰ੍ਹਾਂ ਤਾਂ ਕਿਸੇ ਨਾਲ ਬਣਾ ਕੇ ਰੱਖੀ ਨਹੀਂ, ਨਾ ਕਾਂਗਰਸੀਆਂ ਨਾਲ ਬਣਾਈ, ਨਾ ਅਕਾਲੀਆਂ ਨਾਲ ਬਣਾਈ, ਤੇ ਨਾ ਬੀਜੇਪੀ ਦੇ ਵਿੱਚ ਚਲਿਆ ਗਿਆ ਸੀਗਾ। ਉਦੋਂ ਤਾਂ ਇਹਨੂੰ ਹਾਈ ਕੋਰਟ ਦੇ ਵਿੱਚੋਂ ਸਜ਼ਾ ਹੋ ਗਈ ਸੀ 3 ਸਾਲ ਦੀ। ਉਹ ਚੁਣੌਤੀ ਦਿੱਤੀ ਇਹਨੇ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਸਿੰਗਲ ਬੈਂਚ ਨੇ ਇਹਦੀ ਸਜ਼ਾ ਮਾਫ ਕਰਤੀ। ਤੇ ਜਿਹੜਾ ਬੰਦਾ ਚੜ੍ਹਾਈ ਵਾਲਾ ਹੋਵੇ ਇੱਕ ਗੱਲ ਪੱਕੀ ਹੈ ਕਿ ਇਮਾਨਦਾਰੀ ਦੇ ਪੱਖ ਤੋਂ ਇਹਦਾ ਕੋਈ ਮੁਕਾਬਲਾ ਨਹੀਂ। ਇਹ 'ਤੇ ਕੋਈ ਇਲਜ਼ਾਮ ਨਹੀਂ। 3 ਡਬਲਯੂਆਂ ਦੇ ਇਲਜ਼ਾਮ ਆਮ ਤੌਰ ਤੇ ਬੰਦੇ ਦੇ ਲੱਗਦੇ ਆ, ਪਰ ਨਵਜੋਤ ਸਿੰਘ ਸਿੱਧੂ ਤੇ ਇੱਕ ਸਿੰਗਲ ਇਲਜ਼ਾਮ ਨਹੀਂ। ਉਹ ਇਸ ਗੱਲ ਤੋਂ ਬਚਿਆ ਹੋਇਆ ਹੈ। ਤੇ ਫਿਰ ਜੀ ਆਪਣੇ ਭੰਗੂ ਸਾਹਿਬ ਉਹ ਸਜ਼ਾ ਜਿਹੜੀ ਸੀ ਇਹਨੂੰ ਮਾਫ ਕਰਤੀ। ਜਿਹੜਾ ਦੂਜਾ ਪਰਿਵਾਰ ਸੀ ਗੁਰਨਾਮ ਸਿੰਘ ਦਾ ਪਰਿਵਾਰ, ਜਿਹਨੂੰ ਘਲੌੜੀ ਵਾਲਾ ਪਰਿਵਾਰ ਕਹਿੰਦੇ ਆ ਜੀ, ਪਟਿਆਲੇ ਦਾ, ਉਹਨਾਂ ਨੇ ਇਹ ਡਬਲ ਬੈਂਚ ਦੇ ਅਪੀਲ ਕਰਤੀ। ਸਿਆਸਤ ਬਹੁਤ ਹੈ ਇਹਦੇ ਪਿੱਛੇ ਜੀ। ਜੇ ਤਾਂ ਕਿਸੇ ਨਾਲ ਬਣਾ ਕੇ ਰੱਖੀ ਹੋਵੇ ਫਿਰ ਤਾਂ 4 ਬੰਦੇ ਪਿੱਛੇ ਤੁਰਨ।
ਜਿਹੜਾ ਬੰਦਾ ਇਸ ਵੇਲੇ ਕਾਂਗਰਸ ਦਾ ਪ੍ਰਧਾਨ ਆ ਅਮਰਿੰਦਰ ਸਿੰਘ ਰਾਜਾ ਵੜਿੰਗ, ਇਹ ਇਹਦਾ ਖਾਸਮ ਖਾਸ ਸੀ ਜੀ। ਇਹਨੇ ਸਪੈਸ਼ਲ ਟਾਈਮ ਲਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਮੇਰੇ ਹਲਕੇ ਦੇ ਵਿੱਚ ਬੁਲਾਇਆ ਜਾਵੇ। ਲੋਕ ਸਭਾ ਦਾ ਚੋਣ ਲੜਿਆ ਜਦੋਂ ਇਹ 2019 'ਚ, ਸਾਰਾ ਕੁਝ ਕਰਕੇ ਅਖੀਰ 'ਚ ਉੱਥੇ ਐਸਾ ਚੰਦ ਚਾੜਿਆ ਆ ਕਿ ਜਿਹੜੇ 75-25 ਕਰਦੇ ਨੇ ਮਾਜ ਦਿਓ ਉਹਨਾਂ ਨੂੰ। 75-25 ਕੌਣ? ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਜੀ। ਸਿੱਟਾ ਨਿਕਲਿਆ ਕਿ ਰਾਜਾ ਵੜਿੰਗ ਲੋਕ ਸਭਾ ਦੀ ਚੋਣ ਹਾਰ ਗਿਆ ਜੀ। ਸਾਰਿਆਂ ਨੂੰ ਪਤਾ ਹੈ ਇਸ ਵਾਰ ਜਦੋਂ ਚੋਣਾਂ ਹੋਈਆਂ ਵਿਧਾਨ ਸਭਾ ਦੀਆਂ ਤੇ ਰਾਜੇ ਨੇ ਫਿਰ ਸੁਨੇਹਾ ਦਿੱਤਾ ਕਿ ਬਾਕੀ ਸਾਰੀਆਂ ਗੱਲਾਂ ਛੱਡ ਦਿਓ, ਐਕਤੀ ਬਠਿੰਡੇ ਤੋਂ ਲੈ ਕੇ ਤੇ ਮਾਜ ਦਿਓ ਬਾਦਲਾਂ ਨੂੰ। ਬਹੁਤ ਸਮੇਂ ਤੋਂ ਬਾਅਦ ਪਹਿਲੀ ਵਾਰ ਹੋਇਆ ਜਦੋਂ ਵਿਧਾਨ ਸਭਾ ਬਾਦਲਾਂ ਤੋਂ ਮੁਕਤ ਹੈ। ਸਰ ਪ੍ਰਕਾਸ਼ ਸਿੰਘ ਬਾਦਲ ਹਾਰੇ, ਸਰ ਸੁਖਬੀਰ ਸਿੰਘ ਬਾਦਲ ਹਾਰੇ, ਮਨਪ੍ਰੀਤ ਸਿੰਘ ਬਾਦਲ ਹਾਰੇ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਹਾਰ ਗਏ। ਮਜੀਠੀਆ ਹੋਰੀ ਵੀ ਹਾਰ ਗਏ ਤੇ ਪੱਟੀ ਵਾਲੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਦਲ ਸਾਹਿਬ ਦੇ ਜਵਾਈ ਉਹ ਵੀ ਹਾਰ ਗਏ। ਬਾਦਲ ਕੋੜਵੇਂ ਦੇ ਵਿੱਚੋਂ ਕੋਈ ਬੰਦਾ ਇਸ ਵੇਲੇ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹ ਸਕਿਆ। ਇਹਨੂੰ ਜਦੋਂ ਮਾਫ ਹੋਈ ਉਹਨਾਂ ਨੇ ਚੁਣੌਤੀ ਦਿੱਤੀ। ਚੰਗਾ ਤਾਂ ਇਹ ਸੀ ਜੇ 4 ਬੰਦੇ ਵਿੱਚ ਪਾਉਂਦਾ ਹੈ ਤਾਂ ਪਟਿਆਲੇ ਦੇ ਸੀ ਜੀ। ਸਾਂਝੇ ਬੰਦੇ ਸਾਰੇ ਬੰਦਿਆਂ ਨੂੰ ਮਿਲ ਜਾਂਦੇ ਨੇ ਔਰ ਪੰਗਾ ਇਹਨੇ ਅਮਰਿੰਦਰ ਸਿੰਘ ਨਾਲ ਲੈ ਲਿਆ ਪਟਿਆਲੇ ਦੇ ਵਿੱਚ ਆ ਕੇ ਜੀ। ਸੋ ਪਤਾ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਨੇ। ਕਈ ਲੋਕਾਂ ਦੀ ਇਹ ਚਰਚਾ ਹੈ ਕਿ ਕਾਂਗਰਸ ਦਾ ਘੋਗਾ ਚਿੱਤ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਿਉਂਤਬੰਦੀ ਦੇ ਨਾਲ ਉੱਪਰਲੇ ਪਾਸਿਓਂ ਭੇਜਿਆ ਗਿਆ। ਪਤਾ ਨਹੀਂ ਭੇਜਿਆ ਕਿ ਨਹੀਂ ਭੇਜਿਆ, ਸਾਨੂੰ ਨਹੀਂ ਪਤਾ ਇਸ ਗੱਲ ਦਾ। ਇਹ ਚਰਚਾਵਾਂ ਨੇ ਜੀ। ਤੇ ਜਦੋਂ ਅੱਜ ਵਾਲੀ ਸਥਿਤੀ ਦੇਖਦੇ ਹਾਂ, ਅੱਜ ਇਹਨੇ ਮਹਿੰਗਾਈ ਦੇ ਉੱਤੇ ਪਟਿਆਲੇ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ। ਉਹ ਭਲਿਆ ਮਾਨਸਾ ਕੱਢਤਾ ਤੂੰ ਰਿਹਾ ਮਹਿੰਗਾਈ ਦਾ ਤੇ ਚੜ੍ਹ ਕੇ ਬਹਿ ਗਿਆ ਹਾਥੀ ਤੇ। ਸ਼ਿੰਗਾਰ ਸ਼ੰਗੂਰ ਕੇ ਹਾਥੀ ਦੇ ਉੱਤੇ ਬੈਠਾ ਵਿਪਰੀਤ ਬੁੱਧੀ ਜੀ। ਜਦੋਂ ਕਹਿੰਦੇ ਗਿੱਦੜ ਦੀ ਮੌਤ ਆਈ ਹੋਵੇ ਤਾਂ ਸ਼ਹਿਰ ਵੱਲ ਨੂੰ ਭੱਜਦਾ ਹੈ ਜੀ। ਉਧਰੋਂ ਅੱਜ ਇਹ ਫੈਸਲੇ ਤੇ ਸੀ, ਮਾਨਯੋਗ ਸੁਪਰੀਮ ਕੋਰਟ ਨੇ ਇਹਨੂੰ 1 ਸਾਲ ਦੀ ਸਜ਼ਾ ਸੁਣਾਤੀ ਜੀ। ਮੇਰੀ ਸੀਨੀਅਰ ਵਕੀਲ ਨੇ ਸਰਦਾਰ ਕੁੰਦਨ ਸਿੰਘ ਨਾਗਰਾ, ਬਹੁਤ ਸੀਨੀਅਰ ਵਕੀਲ ਨੇ, ਸਾਰਿਆਂ ਵਿੱਚ ਹੀ ਬਹੁਤ ਸਤਿਕਾਰਯੋਗ ਨੇ, ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਬਹੁਤ ਨੇੜੇ ਨੇ ਜੀ ਤੇ ਕਾਂਗਰਸ ਵਾਲੇ ਵੀ ਉਹਨਾਂ ਦੇ ਨਾਲ ਉਨਾ ਹੀ। ਮੇਰੀ ਉਹਨਾਂ ਨਾਲ ਗੱਲ ਹੋਈ, ਉਹ ਕਹਿਣ ਲੱਗੇ ਕਿ ਹੁਣ ਸੁਪਰੀਮ ਕੋਰਟ ਨੇ ਇਹਨੂੰ ਸਜ਼ਾ ਦਿੱਤੀ ਹੈ, ਇਹਨੂੰ ਜੇਲ੍ਹ ਤਾਂ ਜਾਣਾ ਪਵੇਗਾ, ਬਸ਼ਰਤ ਇਹ ਹੈ ਕਿ ਰਾਸ਼ਟਰਪਤੀ ਇਹਦੀ ਸਜ਼ਾ ਮਾਫ ਨਾ ਕਰ ਦੇਵੇ ਜੀ। ਉਹ ਕਿਹੜਾ ਅਪੀਲਾਂ ਅੱਜ ਹੀ ਲੱਗ ਜਾਣੀਆਂ ਨੇ। ਇਸ ਲਈ ਇਹਨੂੰ ਹੁਣ ਕੁਝ ਸਮਾਂ ਜੇਲ੍ਹ ਦੇ ਵਿੱਚ ਜਾਣਾ ਪਵੇਗਾ। ਇਹ ਪਟਿਆਲੇ ਦੇ ਵਿੱਚ ਮਾਰਚ ਕੱਢਦਾ ਫਿਰਦਾ ਸੀ ਤੇ ਹੁਣ ਇਹ ਅੰਮ੍ਰਿਤਸਰ ਵੱਲ ਚਾਲੇ ਪਾਤੇ ਹੈ। ਹੋ ਸਕਦਾ ਹੈ ਕਿ ਇਹਦੇ ਵਾਰੰਟ ਜਦੋਂ ਤੱਕ ਆਉਣ ਕਿ ਇਹਨੂੰ ਲੈ ਕੇ ਜਾਣਾ ਹੈ ਤੇ ਪਟਿਆਲੇ ਹੁੰਦਾ ਤੇ ਕੇਂਦਰੀ ਜੇਲ੍ਹ ਪਟਿਆਲੇ ਜਾਂਦਾ, ਜਿੱਥੇ ਇਹਦਾ ਖਾਸਮ ਖਾਸ ਮਿੱਤਰ ਬਿਕਰਮ ਸਿੰਘ ਮਜੀਠੀਆ ਬੈਠਾ ਜੀ। ਰਾਜੋਆਣਾ ਵੀ ਉੱਥੇ ਹੀ ਹੈ। ਇਹ ਅੰਮ੍ਰਿਤਸਰ ਵੱਲ ਚਲਿਆ ਗਿਆ। ਹੁਣ ਇਹ ਨਹੀਂ ਪਤਾ ਕਿ ਪੰਜਾਬ ਸਰਕਾਰ ਦਾ ਜੇਲ੍ਹ ਵਿਭਾਗ ਜਾਂ ਸਰਵਉੱਚ ਅਦਾਲਤ ਦੀਆਂ ਹਦਾਇਤਾਂ ਕੀ ਨੇ, ਉਹਦੇ ਮੁਤਾਬਕ ਇਹਨੂੰ ਕਿਹੜੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ। ਲੇਕਿਨ ਨਾਗਰਾ ਸਾਹਿਬ ਦੇ ਮੁਤਾਬਕ ਉਹ ਸੀਨੀਅਰ ਵਕੀਲ ਨੇ, ਉਹ ਕਹਿੰਦੇ ਹੁਣ ਕੋਈ ਚਾਰਾ ਨਹੀਂ, ਇੱਕ ਵਾਰੀ ਇਹਨੂੰ ਜੇਲ੍ਹ ਜਾਣਾ ਪਵੇਗਾ। ਜੇ ਇਹਨੂੰ ਮਾਫੀ ਦਿੱਤੀ ਸੀ ਸਜ਼ਾ ਜਾਂ ਉਦੋਂ ਪਹਿਲਾਂ ਵੀ ਜੇ ਉਹਨਾਂ ਦੇ ਨਾਲ ਸਮਝੌਤਾ ਕਰ ਲੈਂਦਾ, ਉਹਨਾਂ ਦੇ ਨਾਲ 4 ਬੰਦੇ ਵਿੱਚ ਪਾ ਲੈਂਦਾ, ਤਾਂ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਨਾ ਕੋਈ ਹੱਲ ਨਿਕਲਿਆ ਆਉਣਾ ਸੀ। ਪਰ ਹੁਣ ਇੱਕ ਬਹੁਤ ਵੱਡੀ ਗੱਲ ਹੈ ਭੰਗੂ ਸਾਹਿਬ ਜੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਉਤਲ ਪੁਤਲ। ਇਹ ਜੇਲ੍ਹ ਚੱਲਿਆ, ਸੁਨੀਲ ਜਾਖੜ ਜੀ ਭਾਰਤੀ ਜਨਤਾ ਪਾਰਟੀ ਜਾ ਪਹੁੰਚਿਆ ਹੈਗਾ। ਹਾਰਦਿਕ ਪਟੇਲ ਨੇ ਵੀ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਲੱਗਦੇ ਆ ਗੁਜਰਾਤ ਦੇ,
ਉਹ ਵੀ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਵੱਲ ਜਾਵੇ। ਸੋ ਜਿਹੜੇ ਕਾਂਗਰਸ ਦੇ ਸੋ ਕਾਲਡ ਜੀ ਬੜੇ ਹਾਈ ਕਮਾਂਡ ਅੱਜ ਦੀ ਸਥਿਤੀ ਤੋਂ ਤਾਂ ਮੈਨੂੰ ਇਹ ਲੱਗਦਾ ਕੋਈ ਲੋ ਕਮਾਂਡ ਤੋਂ ਵੀ ਕੋਈ ਥੱਲੇ ਹੋਵੇ ਜਿਹੜੀ ਕਮਾਂਡ ਉਹ ਲੱਗਦੀ ਹੈ। ਜੀ। ਇਹਨਾਂ ਨੇ ਆਪ ਦਾ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਿਆ, ਜਿਹਦੇ ਕਰਕੇ ਕਾਂਗਰਸ ਦੀ ਅੱਜ ਆਹ ਸਥਿਤੀ ਪੈਦਾ ਹੋ ਰਹੀ ਹੈ। ਤੇ ਅਗਲੇ ਦਿਨਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਪੂਰਾ ਹੋ ਜਾਏ, ਜਿਹ 'ਚ ਉਹਨੇ ਕਿਹਾ ਸੀ ਕਿ ਕਾਂਗਰਸ ਮੁਕਤ ਭਾਰਤ। ਜੀ। ਸੁਨੀਲ ਜਾਖੜ ਨੇ ਜਿਹੜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਤੇ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ, ਢਿੱਲੋਂ ਸਾਹਿਬ ਕੀ ਨੌਬਤ ਆ ਗਈ ਜਿਹੜਾ ਉਹਨਾਂ ਨੂੰ ਹੁਣ ਬੀਜੇਪੀ ਦੇ ਵਿੱਚ ਜਿਹੜਾ ਜਾਣਾ ਪੈ ਗਿਆ ਜੀ? ਦੇਖੋ ਸਾਰਿਆਂ ਨੂੰ ਪਤਾ ਹੈ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਜੀ। ਜੇ ਤੁਸੀਂ ਕਹੋ ਕਿ ਸਾਰੇ ਦਾ ਸਾਰਾ ਕਾਂਗਰਸ ਵਾਲਿਆਂ ਦਾ ਕਸੂਰ ਹੈ ਤੇ ਕਸੂਰ ਇਹਦਾ ਸੁਨੀਲ ਜਾਖੜ ਦਾ ਵੀ ਹੈ। ਜੀ। ਇਹਨੂੰ ਉਹ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ ਜਿਹੜੇ ਇਹਨੇ ਚਰਨਜੀਤ ਸਿੰਘ ਚੰਨੀ ਦੇ ਪ੍ਰਤੀ ਬੋਲੇ। ਜੀ। ਜੇ ਬੰਦਾ ਕੋਈ ਨੀਵੀਂ ਜਾਤ ਦੇ ਵਿੱਚੋਂ ਹੈਗਾ, ਇਹ ਕਿਹਨੇ ਕਹਿਤਾ ਕਿ ਉਹਦੇ ਖਿਲਾਫ ਅਸੀਂ ਭਸੜ ਬੋਲੀ ਚੱਲੀਏ? ਜੀ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਸੁਨੀਲ ਜਾਖੜ ਇੱਕ ਠੰਮੇ ਵਾਲਾ ਬੰਦਾ ਹੈ, ਉਹਦੇ ਤੇ ਵੀ ਕੋਈ ਕਿਸੇ ਕਿਸਮ ਦਾ ਇਲਜ਼ਾਮ ਨਹੀਂ। ਉਹਦੇ ਪਿਤਾ ਲੋਕ ਸਭਾ ਦੇ ਸਪੀਕਰ ਰਹੇ ਨੇ। ਉਹ ਜਦੋਂ ਸੁਨੀਲ ਜਾਖੜ ਗੁਰਦਾਸਪੁਰ ਦੀ ਚੋਣ ਲੜਿਆ ਤੇ ਉੱਥੇ ਸਨੀ ਦਿਓਲ ਦੇ ਮੁਕਾਬਲੇ 'ਚ ਬੀਜੇਪੀ ਵੱਲੋਂ ਆ ਗਿਆ ਤਾਂ ਵੱਡੇ ਅਦਾਕਾਰ ਧਰਮਿੰਦਰ ਨੇ ਕਿਹਾ ਸੀ ਕਿ ਜੇ ਮੈਨੂੰ ਪਤਾ ਹੁੰਦਾ ਕਿ ਬਲਰਾਮ ਜਾਖੜ ਦੇ ਟੱਬਰ ਵਿੱਚੋਂ ਸੁਨੀਲ ਜਾਖੜ ਇੱਥੇ ਚੋਣ ਲੜਦਾ, ਮੈਂ ਕਿਸੇ ਕੀਮਤ ਤੇ ਇਹਨੂੰ ਸਨੀ ਦਿਓਲ ਨੂੰ ਨਹੀਂ ਸੀ ਲੜਨ ਦੇਣੀ। ਜੀ। ਭਾਵ ਇੱਕ ਕਦਰਾਂ ਕੀਮਤਾਂ ਸੀਗੀਆਂ। ਹੁਣ ਉਹ ਕਦਰਾਂ ਕੀਮਤਾਂ ਵਾਲੀ ਗੱਲ ਕਿਤੇ ਰਹੀ ਨਹੀਂ। ਕਦਰਾਂ ਕੀਮਤਾਂ ਦਿਨੋਂ ਦਿਨ ਘਟਦੀਆਂ ਜਾ ਰਹੀਆਂ ਨੇ ਔਰ ਇੰਨੇ ਦਿਨਾਂ ਤੋਂ ਇਹ ਧਮੱਚੜ ਪੈ ਰਿਹਾ ਸੀਗਾ। ਕਾਂਗਰਸ ਦੀ ਜਿਹੜੀ ਸੋ ਕਾਲਡ ਹਾਈ ਕਮਾਂਡ ਹੈ ਜੀ, ਉਹਨਾਂ ਨੇ ਇਹਨੂੰ ਲਿਆ ਹੀ ਨਹੀਂ ਗੰਭੀਰਤਾ ਦੇ ਨਾਲ ਤੇ ਅੱਜ ਫਿਰ ਕੱਲਾ ਬੰਦਾ ਉਹਨੂੰ ਛੱਡ ਕੇ ਜਾ ਰਹੇ ਹੈ। ਅੱਜ ਉਧਰੋਂ ਹਾਰਦਿਕ ਪਟੇਲ ਵੀ ਉਹੀ ਗੱਲ ਬੋਲਿਆ ਜੀ, ਸੁਨੀਲ ਜਾਖੜ ਵੀ ਉਹੀ ਗੱਲ ਬੋਲਿਆ ਕਿ ਉਹ ਜਿਹੜਾ ਇੱਕ ਪਰਿਵਾਰ ਹੈ ਉਹ ਹੁਣ ਸਮਰੱਥਾਯੋਗ ਨਹੀਂ ਰਿਹਾ ਜੀ, ਉਹਨੂੰ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਅਸੀਂ ਜਿਵੇਂ ਅਕਾਲੀ ਦਲ ਵਾਸਤੇ ਗੱਲ ਕਰਦੇ ਹਾਂ ਜੀ, ਕਿ ਅਕਾਲੀ ਦਲ ਦਾ ਪ੍ਰਧਾਨ 2 ਵਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਹਾਰ ਗਿਆ। ਜੀ, ਜੇ ਜਿੱਤ ਹਾਰ ਹੁੰਦੀ ਹੈ ਲੜਨ ਫੌਜਾਂ ਜੀ, ਨਾ ਜਿਹੜੇ ਹੁੰਦੇ ਆ ਜਰਨੈਲਾਂ ਦੇ। ਜੀ, ਜੇ ਜਰਨੈਲ ਜਿੱਤਣ ਦੇ ਵਿੱਚ ਖੁਸ਼ੀ ਮਨਾਈ ਜਾਂਦੀ ਹੈ ਤਾਂ ਹਾਰਨ ਦੇ ਵਿੱਚ ਸਿਹਰਾ ਵੀ ਉਹਦੇ ਸਿਰ ਤੇ ਜਾਂਦਾ ਹੈ। ਜੀ। ਅੱਜ ਕਾਂਗਰਸ ਨੂੰ ਜਿਹੜੀ ਚਿੰਤਨ ਕਰਕੇ ਆਏ ਨੇ, ਚਿੰਤਨ ਛੱਡੋ। ਜੇ ਭਵਿੱਖ ਵਾਸਤੇ ਚਿੰਤਾ ਨਾ ਕੀਤੀ ਤਾਂ ਜਿਹੜੇ 1-2 ਰਾਜਾਂ 'ਚ ਤੁਸੀਂ ਰਹਿ ਜੇ ਇੱਥੋਂ ਵੀ ਤੁਹਾਡਾ ਤੋੜ ਵਿਛੋੜਾ ਹੋ ਜਾਵੇਗਾ। ਪੰਜਾਬ ਦੀ ਸਥਿਤੀ ਨਵੀਂ ਪੈਦਾ ਹੋ ਸਕਦੀ ਹੈ। ਮੈਂ ਹਮੇਸ਼ਾ ਕਹਿੰਦਾ ਹੁੰਨੇ ਜੀ ਕਿ ਰੀਜਨਲ ਪਾਰਟੀਆਂ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀ ਰੀਜਨਲ ਪਾਰਟੀ ਕਿਹੜੀ ਹੈ? ਅਕਾਲੀ ਦਲ। ਜੀ। ਅਕਾਲੀ ਦਲ ਨੇ ਆਪ ਦਾ ਭਵਿੱਖ ਜਿਹੜਾ ਸੀਗਾ ਉਹ ਇਹਨੂੰ ਪੰਜਾਬੀ ਪਾਰਟੀ ਬਣਾ ਕੇ ਇੱਕ ਵਾਰੀ ਵਕਤੀ ਤੌਰ ਦੇ ਉੱਤੇ ਤਾਂ ਫਾਇਦਾ ਲੈ ਲਿਆ, ਜੀ 1996 'ਚ ਬਣਾਈ ਸੀ, ਤੇ ਦੂਜਾ ਜਿਹੜਾ ਉਹਨਾਂ ਨੇ ਅਕਾਲੀ ਸਿਧਾਂਤ ਛੱਡਿਆ ਉਹਨੂੰ ਛੱਡ ਕੇ ਡੇਰੇ ਵਾਲਿਆਂ ਦੇ ਪਿੱਛੇ ਲੱਗ ਹੋ ਗਏ, ਜੀ ਉਹਦੇ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ। ਨਹੀਂ, ਰੀਜਨਲ ਪਾਰਟੀਆਂ ਜੇ ਕਾਇਮ ਰਹਿਣਗੀਆਂ ਤਾਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਇਹ ਟਿਕਾਣੇ ਸਿਰ ਰਹਿੰਦੀਆਂ ਨੇ, ਨਹੀਂ ਤਾਂ ਰਾਜਾਂ ਵਾਸਤੇ ਖਤਰਨਾਕ ਸਥਿਤੀ ਪੈਦਾ ਹੁੰਦੀ ਹੈ ਜੇ ਰੀਜਨਲ ਪਾਰਟੀਆਂ ਖਤਮ ਹੋ ਜਾਣ। ਰੀਜਨਲ ਪਾਰਟੀਆਂ ਦਾ ਮਤਲਬ ਲਾਈਮਲਾਈਟ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜੀ। ਜੇਕਰ ਗੱਲ ਕੀਤੀ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੀ 11 ਮੈਂਬਰੀ ਕਮੇਟੀ ਬਣਾਈ ਗਈ ਆ, ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ ਤੇ ਮੁੱਖ ਮੰਤਰੀ ਨੂੰ ਵੀ ਮਿਲਣਗੇ। ਇੱਕ ਚੀਜ਼ ਮੈਂ ਕਹਿ ਦਿਆਂ ਜਿਹੜੀ ਸੁਨੀਲ ਜਾਖੜ ਨੇ ਅੱਜ ਮੋਦੀ ਸਾਹਿਬ ਤੋਂ ਮੰਗ ਕੀਤੀ ਹੈ ਜੀ ਕਿ ਮੋਦੀ ਸਾਹਿਬ ਜਿੱਥੇ ਤੁਸੀਂ ਐਡੇ ਦਿਆਵਾਨ ਹੋਏ ਹੋ ਜੀ ਸਿੱਖਾਂ ਦੇ ਉੱਤੇ, ਉੱਥੇ ਪੰਜਾਬ ਨੂੰ ਵਿਸ਼ੇਸ਼ ਦਰਜੇ ਦਾ ਅਧਿਕਾਰ ਦੇ ਦਿਓ। ਜੀ ਜਿਵੇਂ ਹਿਮਾਚਲ ਨੂੰ ਦਿੱਤਾ ਹੈ, ਜੀ ਹੋਰ ਪਹਾੜੀ ਰਾਜਾਂ ਨੂੰ ਦਿੱਤਾ ਹੈ, ਇਹ ਵੀ ਬਾਰਡਰ ਰੇਂਜ ਹੈ ਤੇ 80% 83% ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ। ਜੀ ਉਹਨੇ ਮੰਗ ਕੀਤੀ ਹੈ, ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਉਹ ਗੱਲ ਮੰਨਦੇ ਹੈ ਜਾਂ ਨਹੀਂ ਮੰਨਦੇ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਝ ਪ੍ਰਧਾਨ ਮੰਤਰੀ ਸਾਹਿਬ ਨੇ ਸਿੱਖਾਂ ਪ੍ਰਤੀ ਕੀਤਾ ਉਹ ਤੋਂ ਮੈਨੂੰ ਲੱਗਦਾ ਹੈ ਕਿ ਹੋ ਸਕਦਾ 2024 ਤੋਂ ਪਹਿਲਾਂ ਉਹ ਪੰਜਾਬ ਨੂੰ ਆਪਣੇ ਨਾਲ ਰੱਖਣ ਵਾਸਤੇ ਇਹ ਵਿਸ਼ੇਸ਼ ਦਰਜਾ ਦੇ ਦੇਣ। ਜੀ ਹੁਣ ਤੁਸੀਂ ਗੱਲ ਜਿਹੜੀ ਕੀਤੀ ਹੈ ਬੰਦੀ ਸਿੰਘਾਂ ਦੀ, ਜੀ ਅੱਜ ਇਹ 11 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ, 9 ਪਹਿਲਾਂ ਸੀ, ਇਹਦੇ ਵਿੱਚ 2 ਹੋਰ ਲੈ ਆਂਦੇ ਨੇ। ਪਤਾ ਨਹੀਂ ਉਹਨਾਂ ਦੀ ਇੱਕ ਦੂਜੇ ਨਾਲ ਮਿਲੂਗੀ ਵੀ ਨਹੀਂ। ਅੱਜ ਮਾਨ ਸਾਹਿਬ ਨਹੀਂ ਗਏ, ਉਹਨਾਂ ਦੇ ਜਨਰਲ ਸੈਕਟਰੀ ਹੈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਉਹ ਗਏ ਨੇ। ਜੀ
ਇੱਕ ਚਰਚਾ ਚੱਲ ਰਹੀ ਹੈ ਕਿ ਸੰਗਰੂਰ ਦੇ ਉੱਤੇ ਹੋ ਸਕਦਾ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਨੂੰ ਸਾਂਝਾ ਉਮੀਦਵਾਰ ਬਣਾ ਲਿਆ ਜਾਵੇ। ਪਹਿਲਾਂ ਮਾਨ ਸਾਹਿਬ ਦੀ ਗੱਲ ਚੱਲਦੀ ਸੀ ਜੀ। ਉਹ ਕਹਿੰਦੇ ਜਿਹੜੀ ਅੱਜ ਮੀਟਿੰਗ ਹੋਈ ਆ ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ, ਉਹ ਕਹਿੰਦੇ ਵੀ ਇੱਕ ਤਾਂ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ, ਇੱਕ ਮਿਲਣਾ ਗ੍ਰਹਿ ਮੰਤਰੀ ਸਾਹਿਬ ਨੂੰ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਦੂਜਾ, ਇਹ ਬਣਾਬੰਦ ਦੀ ਲੱਕੜੀ ਇਕੱਠੀ ਤਾਂ ਹੋਈ ਹੈ, ਜੀ। ਅਸੀਂ ਇਹ ਆਸ ਰੱਖਦੇ ਹਾਂ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੇ ਇਹ ਗੰਭੀਰਤਾ ਦੇ ਨਾਲ ਇਕੱਠੇ ਹੋਏ ਨੇ, ਗੰਭੀਰਤਾ ਨਾਲ ਸਾਰੇ ਮਾਮਲੇ ਨੂੰ ਲੈਣ, ਹੁਣ ਇਹਨਾਂ ਕੋਲ ਇੱਕ ਹੋਰ ਪ੍ਰਮੁੱਖ ਆ ਗਿਆ ਜੀ। ਕਿਉਂਕਿ ਮੈਂ ਬਣਬੰਦ ਦੀ ਲੱਕੜੀ ਇਸ ਕਰਕੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਹ ਇੱਕ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ ਸੀ। ਜੀ। ਮਾਨ ਸਾਹਿਬ ਖਾਲਿਸਤਾਨ ਦਾ ਏਜੰਡਾ ਲੈ ਆਉਂਦੇ ਆ, ਕੀ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਪਹਿਰਾ ਦੇਣਗੇ ਉਹਨਾਂ ਦੇ ਖਾਲਿਸਤਾਨ ਦੇ ਏਜੰਡੇ ਤੇ? ਹਾਲਾਂਕਿ ਖਾਲਿਸਤਾਨ ਦੇ ਏਜੰਡੇ ਦੇ ਉੱਤੇ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਤੁਸੀਂ ਸੰਵਿਧਾਨਕ ਦਰਜੇ ਦੇ ਵਿੱਚ ਰਹਿ ਕੇ, ਦਾਇਰੇ 'ਚ ਰਹਿ ਕੇ ਖਾਲਿਸਤਾਨ ਦੀ ਮੰਗ ਕਰ ਸਕਦੇ ਹੋ। ਜੀ। ਕੋਈ ਗੈਰ ਕਾਨੂੰਨੀ ਨਹੀਂ ਹੈਗਾ। ਇਹ ਕਹਿੰਦੇ ਵੀ ਇੱਕ ਤਾਂ ਅਸੀਂ ਮਿਲਣਾ ਹੈ ਗ੍ਰਹਿ ਮੰਤਰੀ ਸਾਹਿਬ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ 2 ਹਫ਼ਤਿਆਂ ਦੇ ਵਿੱਚ ਵਿੱਚ, ਇੱਕ ਕਰਨਾਟਕਾ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਮਿਲਣਾ ਹੈ। ਜੀ। ਮਿਲੋ। ਇਹ ਸਾਰੇ ਇਸ ਇਸ਼ੂ ਤੇ ਜੇ ਇਕੱਠੇ ਹੋਏ ਹੈ। ਦਾਦੂਵਾਲ ਸਾਹਿਬ ਨੇ ਆਪਣੀ ਗੱਲ ਕਰਤੀ ਸੀ ਉਦੋਂ ਨੂੰ, ਉਹ ਕਹਿੰਦੇ ਵੀ ਜੇ ਪਰਿਵਾਰਵਾਦ ਨੂੰ ਪਾਸੇ ਛੱਡ ਕੇ ਤੁਸੀਂ ਕੋਈ ਵੀ ਮੁੱਦਾ ਲਿਆਓਗੇ ਸ਼੍ਰੋਮਣੀ ਕਮੇਟੀ, ਅਸੀਂ ਤੁਹਾਡੇ ਨਾਲ ਹੈ। ਤੇ ਪਰਿਵਾਰਵਾਦ ਕੌਣ ਹੈ? ਜੀ। ਬਾਦਲ ਪਰਿਵਾਰ ਤੇ ਸਰਦਾਰ ਸੁਖਬੀਰ ਸਿੰਘ ਵਿੱਚ ਬੈਠੇ ਸੀ ਉੱਥੇ। ਜੀ। ਸੋ ਇਹ ਇੱਕ ਚੰਗੇ ਕੰਮ ਵਾਸਤੇ ਤੁਰੇ ਨੇ। ਮੇਰੀ ਨਿੱਜੀ ਰਾਏ ਇਹ ਹੈ ਕਿ ਇਹਦੇ ਵਿੱਚ ਜਿਹੜੇ ਬਾਕੀ ਦਲ ਵੀ ਰਹਿ ਗਏ ਨੇ, ਢੀਂਡਸਾ ਸਾਹਿਬ ਦਾ ਰਹਿ ਗਿਆ, ਜੀ। ਇਹ ਕੁਝ ਚੈਨਲਾਂ ਤੇ ਚਰਚਾ ਚੱਲ ਰਹੀ ਹੈ ਕਿ ਅਗਲੇ ਦਿਨਾਂ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਢੀਂਡਸਾ ਨੂੰ ਵੀ ਮਿਲ ਸਕਦੇ ਹੈ, ਜੀ। ਉਹਨਾਂ ਦੇ ਕੋਲ ਵੀ ਜਾ ਸਕਦੇ ਹੈ। ਜੀ। ਕੀ ਉਹਨਾਂ ਦੇ ਆਗੂ ਤੁਹਾਡੇ ਨਾਲ ਚੱਲਣਗੇ? ਇਸ ਤਰ੍ਹਾਂ ਕੁਝ ਸਿੱਖ ਜਥੇਬੰਦੀਆਂ ਹੋਰ ਵੀ ਨੇ। ਜਾਂ ਤਾਂ ਸਵਾਰਥ ਛੱਡੋ, ਇੱਕ ਮੰਚ ਤੇ ਇਕੱਠੇ ਹੋ, ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਇਕੱਠੇ ਹੋ, ਤੇ ਉੱਥੇ ਫਿਰ ਜਿਹੜਾ ਕੁਝ ਪਿਛਲਾ ਕੀਤਾ ਨਾ, ਜੀ, ਉਹ ਛੱਡਣਾ ਪਵੇਗਾ। ਸਵਾਰਥ ਛੱਡਣਾ ਪਵੇਗਾ। ਸਵਾਰਥਾ ਤੁਸੀਂ ਛੱਡ ਨਹੀਂ ਰਹੇ ਤੇ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਤਾਂ ਨਾਲ ਤਾਂ ਲਾਉਂਗੇ ਜੇ ਉਹ ਕੱਲ੍ਹ ਨੂੰ ਇਹ ਕਹਿਣਾ ਛੱਡਣ। ਉਹ ਤਾਂ ਸਰੇਆਮ ਕਹਿ ਰਹੇ ਨੇ ਜੀ, ਕਿ ਗੁਰੂ ਦੀ ਗੋਲਕ ਬਾਦਲਾਂ ਦੇ ਮੂੰਹ। ਜੀ। ਜੇ ਇਸ ਤਰ੍ਹਾਂ ਦੇ ਬਖਰੇਵੇਂ ਹੋਣ, ਉੱਥੇ ਇਕੱਠਾ ਹੋਣਾ ਮੁਸ਼ਕਲ ਹੁੰਦਾ ਹੈ। ਪਰ ਜੇ ਫਿਰ ਵੀ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਵਾਲੀ ਭੂਮਿਕਾ ਨਿਭਾਉਣ ਔਰ ਸਾਰਿਆਂ ਨੂੰ ਕਹੋ ਕਿ ਇਸ ਇਸ਼ੂ ਦੇ ਉੱਤੇ ਆਓ ਸਾਰੇ ਇਕੱਠੇ ਹੋਵੋ, ਆਪੇ ਬੰਦੀ ਸਿੰਘਾਂ ਦੀ ਰਿਹਾਈ ਕਰਾਈਏ। ਜੇ ਰਾਜੀਵ ਗਾਂਧੀ ਵਾਲੇ ਮਾਮਲੇ ਦੇ ਵਿੱਚ ਜੀ, ਜਿਹੜਾ ਇਹ ਪਰਵਰਨਾ ਹੈ, ਇਹਨੂੰ ਰਿਹਾ ਕੀਤਾ ਜਾ ਸਕਦਾ 31 ਸਾਲ ਤੋਂ ਬਾਅਦ। ਜੀ। 31 ਸਾਲ ਤੋਂ ਬਾਅਦ ਰਿਹਾ ਹੋਇਆ ਨਾ ਇਹ ਜਿਹੜਾ ਪਰਾਰੀ ਬਿੱਲ ਹੈ। ਜੀ। ਜੇ ਪਰਾਰੀ ਬਿੱਲ ਰਿਹਾ ਹੋ ਸਕਦਾ ਹੈ ਤਾਂ ਬੰਦੀ ਸਿੰਘ ਕਿਉਂ ਨਹੀਂ ਹੋ ਸਕਦੇ? ਜੀ। ਉਹਨਾਂ ਦੇ ਵਿੱਚ ਭਾਵੇਂ ਭਾਈ ਰਾਜੋਆਣਾ ਹੋਵੇ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣ, ਰਾਜੋਆਣਾ ਹੋਣ, ਜਾਂ ਹੋਰ ਜਿੰਨੇ ਵੀ ਨੇ ਜਿਹੜੇ ਸਜ਼ਾਵਾਂ ਕੱਟ ਚੁੱਕੇ ਨੇ, ਫਿਰ ਕਾਨੂੰਨ ਇੱਕੋ ਜਿਹਾ ਵਰਤੋ। ਹੁਣ ਆਹ ਜਿਹੜਾ ਆਪਣਾ ਹੈਗਾ ਪਰਾਰੀ ਬਾਲਣ ਵਾਲਾ, ਜੀ, ਇਹਦੇ ਮਾਮਲੇ ਦੇ ਵਿੱਚ ਇਹੀ ਮੁੱਦਾ ਉਠਾਇਆ ਜਾ ਸਕਦਾ ਹੈ ਕਿ ਜੇ ਤੁਸੀਂ ਉਹਨੂੰ ਸੁਪਰੀਮ ਕੋਰਟ ਰਿਹਾ ਕਰ ਸਕਦੀ ਹੈ ਤੇ ਫਿਰ ਇਹਨਾਂ ਬੰਦੀ ਸਿੰਘਾਂ ਨੂੰ ਵੀ ਰਿਹਾ ਕੀਤਾ ਜਾਵੇ। ਜੇ ਇਹਦੇ ਤੇ ਇਕੱਠੇ ਹੋ ਕੇ ਤੁਰੇ ਨੇ, ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਵੀ ਨਾਲ ਲੈ ਲਓ। ਘੱਟੋ ਘੱਟ ਇਹੋ ਜਿਹੇ ਮੁੱਦਿਆਂ ਤੇ ਤਾਂ ਸਿਆਸਤਾਂ ਛੱਡ ਕੇ ਇਕੱਠੇ ਹੋ ਜਾਇਆ ਕਰੋ। ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ PM ਮੋਦੀ ਦੀ, ਤਾਂ ਉਹਨਾਂ ਵੱਲੋਂ ਇੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਸਮਾਗਮ ਕਰਾਇਆ ਜਾਊਗਾ, ਜਿਸ ਨੂੰ ਲੈ ਕੇ ਹੁਣ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਉੱਥੇ ਪਹੁੰਚੀ ਨੇ ਤੇ ਜਾਂਚ ਕੀਤੀ ਹੈ। ਜੀ। ਭੰਗੂ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਦਾਮੋਦਰ ਨਰਿੰਦਰ ਦਾਸ ਮੋਦੀ, ਜੀ, ਉਹਨਾਂ ਨੇ 31 ਮਈ ਨੂੰ ਸ਼ਿਮਲੇ ਦੇ ਵਿੱਚ ਜਾਣਾ ਹੈ। ਜੀ। ਉਹਨਾਂ ਦੇ ਜਿਹੜੀ SPG ਦਸਤੇ ਨੇ, ਜੀ, ਸਪੈਸ਼ਲ ਪ੍ਰੋਟੈਕਸ਼ਨ ਗਾਰਡ, ਜੀ, ਇਹਨਾਂ ਦੀਆਂ ਟੀਮਾਂ ਨੇ ਉੱਥੇ ਡੇਰੇ ਲਾ ਲਏ ਨੇ, ਕਿਉਂਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਉਹ ਨਿੱਜੀ ਜਿਹੜੇ ਸੂਬੇ ਦੀਆਂ ਏਜੰਸੀਆਂ ਹੁੰਦੀਆਂ ਨੇ ਸੁਰੱਖਿਆ ਦੀਆਂ, ਉਹਨਾਂ ਦੇ ਹਵਾਲੇ ਨਹੀਂ ਛੱਡਦੇ। ਜੀ। ਇਹ SPG ਆਪਣੇ ਜਿਹੜਾ ਦਾਇਰੇ ਦੇ ਵਿੱਚ ਉਹਨਾਂ ਨੂੰ ਰੱਖ ਲੈਂਦੇ ਨੇ। ਜੀ। ਜਦੋਂ ਇਹ ਉਹਨਾਂ ਨੂੰ ਆਪਣੇ ਦਾਇਰੇ 'ਚ ਰੱਖ ਲੈਂਦੇ ਨੇ, ਉੱਥੇ ਫਿਰ ਕਿਸੇ ਦੀ ਹੋਰ ਦਖਲਅੰਦਾਜ਼ੀ ਨਹੀਂ ਦਿੰਦੇ। ਉਹਨਾਂ ਨੇ ਹੁਣ ਉੱਥੋਂ ਦਾ ਰੂਟ ਪਲਾਨ ਕੀ ਕਰਨਾ ਹੈ, ਜਿਹੜੀਆਂ
ਲੋਕਲ ਪੁਲਿਸ ਹੁੰਦੀ ਹੈ, ਲੋਕਲ ਪੁਲਿਸ ਨੂੰ ਉਹ ਬਾਹਰੀ ਰੂਟਾਂ ਵਗੈਰਾ ਤੇ ਲਾ ਕੇ ਰੱਖਦੇ ਨੇ। ਜਿਹੜਾ ਮੇਨ ਸਮਾਗਮ ਹੁੰਦਾ ਹੈ ਉਹਦਾ ਜਿਹੜਾ ਸਾਰਾ ਦਾਰੋਮਦਾਰ ਹੈ ਉਹ ਐਸਪੀਜੀ ਦੇ ਹਵਾਲੇ ਹੋ ਜਾਂਦਾ ਹੈ ਜੀ। ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਆ ਕੇ ਦੋਸ਼ ਦਿੱਤਾ ਗਿਆ ਉਹ ਗਲਤ ਦਿੱਤਾ ਗਿਆ। ਉਦੋਂ ਵੀ ਜਿਹੜਾ ਸਾਰਾ ਕੁਝ ਸੀ ਉਹ ਐਸਪੀਜੀ ਦੇ ਹਵਾਲੇ ਸੀ ਜੀ। ਪੰਜਾਬ ਵਾਲਿਆਂ ਕੋਲ ਤਾਂ ਬਾਹਰਲਾ ਸੀ ਜੀ। ਸੋ 31 ਮਈ ਨੂੰ ਕੋਈ ਚੋਣਾਂ ਨੇ ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਡੇਰੇ ਅਜਮਾਉਣੇ ਸ਼ੁਰੂ ਕਰ ਦਿੱਤੇ ਨੇ। ਉਹ ਚਾਹੁੰਦੇ ਨੇ ਕਿ ਜਿਵੇਂ 4 ਰਾਜਾਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਗੁਜਰਾਤ ਹਾਰਦਿਕ ਪਟੇਲ ਵਾਲੇ ਵੀ ਉਹਦੇ ਵਿੱਚੋਂ ਹੀ ਨਿਕਲੇ ਹੈ ਜੀ। ਤੇ ਹਾਰਦਿਕ ਪਟੇਲ ਤੇ ਇਧਰ ਹਿਮਾਚਲ ਦੇ ਵਿੱਚ ਉਹਨਾਂ ਦੀ ਅੱਖ ਹੈ। ਉਹ ਚਾਹੁੰਦੇ ਨੇ ਕਿ ਇਹਨਾਂ ਦੋਨਾਂ ਰਾਜਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਪਰਚਮ ਜਿਉਂਦੀ ਤਿਉਂ ਲਹਿਰਾਇਆ ਜਾਏ। ਜੀ। ਜੇਕਰ ਗੱਲ ਕੀਤੀ ਜਾਵੇ ਨਸ਼ੇ ਦੀ, ਤਾਂ ਨਸ਼ੇ ਦੇ ਵਿੱਚ ਟੁੰਨ ਸਿਪਾਹੀ ਵੱਲੋਂ ਜਿਹੜਾ ਸਾਬਕਾ ਕੌਂਸਲ ਦੇ ਘਰ ਜਾ ਕੇ ਬਦਤਮੀਜ਼ੀ ਕੀਤੀ ਹੈ, ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕੀਤਾ ਗਿਆ ਜੀ। ਇਹ ਫਲੌਰ ਦਾ ਮਾਮਲਾ ਹੈ ਜੀ। ਫਲੌਰ ਦੀ ਜਿਹੜੀ ਪੁਲਿਸ ਅਕੈਡਮੀ ਹੈ ਉਹਦੇ ਤੇ ਬਹੁਤ ਦੋਸ਼ ਲੱਗੇ ਹੈ ਜੀ। ਇਹ ਵੀ ਦੋਸ਼ ਲੱਗੇ ਨੇ ਕਿ ਉੱਥੇ ਸੀਨੀਅਰ ਅਧਿਕਾਰੀ ਨੇ ਜਿਹੜੇ ਉਹ ਨਸ਼ਾ ਵਿਕਾ ਰਹੇ ਨੇ ਜੀ। ਕੱਲ ਜਦੋਂ ਇਹਨੂੰ ਸਿਪਾਹੀ ਨੂੰ ਫੜਿਆ ਗਿਆ ਤਾਂ ਉੱਥੇ ਆਵਾਜ਼ਾਂ ਆ ਰਹੀਆਂ ਸੀ ਵੀ ਅਸੀਂ ਤਾਂ ਜੀ ਕਰਦਾ ਇਹ ਛੱਡ ਕੇ ਚੱਲ ਜੀਏ ਇਹ ਫਲੌਰ ਵਾਲਾ। ਜੀ। ਜਲੰਧਰ ਤੋਂ ਛਪਦੇ ਇੱਕ ਅਖਬਾਰ ਨੇ ਅੱਧੇ ਪੇਜ ਦੀ ਰਿਪੋਰਟ ਛਾਪੀ ਸੀ ਅੱਜ ਤੋਂ 10 ਕੁ ਦਿਨ ਪਹਿਲਾਂ। ਜੀ। ਤੇ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਡੀਜੀਪੀ ਜੀ। ਇਹ ਹੁਣ ਤੱਕ ਇਸ ਅਕੈਡਮੀ ਦੇ ਜੇ ਕੋਈ ਸੀਨੀਅਰ ਅਧਿਕਾਰੀ ਬਕਾਉਂਦਾ ਉਹਦੇ ਵਾਸਤੇ ਚੁੱਪ ਕਿਉਂ ਬੈਠੇ ਨੇ? ਇਹ ਕਿਉਂ ਇਹ ਸਿਪਾਹੀ ਉੱਥੋਂ ਆਇਆ, ਇਹਨੂੰ ਮੁਅੱਤਲ ਕੀਤਾ ਗਿਆ ਜੀ। ਤੇ ਇਸ ਤਰ੍ਹਾਂ ਉਹ ਕਹਿੰਦੇ ਕਈ ਹੋਰ ਨੇ, ਕੁਝ ਗ੍ਰਿਫਤਾਰ ਕਰ ਲਏ, ਕੁਝ ਅਜੇ ਦੰਦ ਨਾਉਂਦੇ ਤੁਰੇ ਫਿਰਦੇ ਨੇ। ਉਹ ਕਹਿੰਦੇ ਜਿਹੜੀ ਇਹ ਫਲੌਰ ਅਕੈਡਮੀ ਹੈ ਇਹ ਇੱਕ ਕਿਸਮ ਦਾ ਨਸ਼ੇ ਦਾ ਅੱਡਾ ਬਣ ਕੇ ਰਹਿ ਗਈ ਹੈ। ਬਹੁਤ ਸਾਰੇ ਪੁਲਿਸ ਦੇ ਕਰਮਚਾਰੀ ਉਹਨਾਂ ਅਹੁਦਿਆਂ ਤੇ ਤੈਨਾਤ ਨੇ ਜਿਹੜੇ 15-15 ਸਾਲ ਤੋਂ ਉੱਥੇ ਬੈਠੇ ਨੇ, ਉਹਨਾਂ ਤੇ ਕਈ ਕਿਸਮ ਦੇ ਦੋਸ਼ ਲੱਗਦੇ ਨੇ। ਮੈਂ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਕਿ ਕਿਰਪਾ ਕਰੋ, ਕਿਰਪਾ ਕਰਕੇ ਜਿਹੜੀ ਇਹ 10 ਦਿਨ ਪਹਿਲਾਂ ਦੀ ਰਿਪੋਰਟ ਛਪੀ ਹੈ ਤੁਸੀਂ ਅਜੇ ਤੱਕ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ? ਜੀ। ਤੁਹਾਡੀ ਮਜਬੂਰੀ ਕੀ ਹੈ? ਇਹ ਪੰਜਾਬ ਦੇ ਮੁੱਖ ਮੰਤਰੀ ਅਜੇ ਤੱਕ ਜਵਾਬ ਨਹੀਂ ਦੇ ਸਕਿਆ। ਸਾਰੀਆਂ ਹੀ ਸਿਆਸੀ ਪਾਰਟੀਆਂ ਪੰਜਾਬ ਦੀਆਂ, ਕਾਂਗਰਸ, ਅਕਾਲੀ ਦਲ, ਬੀਜੇਪੀ, ਖੱਬੀਆਂ ਧਿਰਾਂ, ਬਹੁਜਨ ਸਮਾਜ ਪਾਰਟੀ, ਇਹ ਸਾਰੇ ਉਹਨਾਂ ਤੋਂ ਜਵਾਬ ਮੰਗ ਰਹੇ ਨੇ, ਸਵਾਲ ਕਰ ਰਹੇ ਨੇ। ਜੀ। ਬਠਿੰਡਾ ਅਦਾਲਤ ਵੱਲੋਂ ਡੇਰਾ ਸਿਰਸਾ ਨੂੰ ਜਿਹੜੇ ਇੱਕ ਹੋਰ ਸੰਮਨ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਡੇਰਾ ਸਿਰਸਾ ਦੇ ਵਿੱਚ ਜਿਹੜੇ ਵਿਆਹ ਹੁੰਦੇ ਸੀਗੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਪ੍ਰਬੰਧਕਾਂ ਨੂੰ ਜਿਹੜੇ ਸੰਮਨ ਜਾਰੀ ਕੀਤੇ ਗਏ। ਇਹ ਬਠਿੰਡੇ ਦੀ ਅਦਾਲਤ ਦੇ ਵਿੱਚ ਕਿਸੇ ਨੇ ਕੇਸ ਪਾਇਆ ਸੀ ਕੁਝ ਦਿਨ ਪਹਿਲਾਂ ਜੀ ਕਿ ਉੱਥੇ ਜਿਹੜੇ ਵਿਆਹ ਹੁੰਦੇ ਨੇ ਉਹ ਵਿਆਹ ਜਿਹੜੇ ਨੇ ਉਹ ਸਹੀ ਨਹੀਂ ਹੁੰਦੇ, ਜੀ। ਮਤਲਬ ਖਾਸ ਤਰੀਕੇ ਨਾਲ ਕਰਾਏ ਜਾਂਦੇ ਨੇ। ਉਹਨਾਂ ਨੂੰ ਲੈ ਕੇ ਕਿਸੇ ਨੇ ਜਿਹੜਾ ਕੇਸ ਪਾਇਆ ਬਠਿੰਡੇ ਦੀ ਅਦਾਲਤ ਨੇ, ਇਹਨਾਂ ਦੇ ਜਿਹੜੇ ਪ੍ਰਬੰਧਕ ਨੇ ਡੇਰਾ ਸਿਰਸੇ ਦੇ, ਉਹਨਾਂ ਨੂੰ ਸੰਮਨ ਕੀਤੇ ਨੇ ਕਿ ਅਗਲੀ ਪੇਸ਼ੀ ਤੇ ਆ ਕੇ ਤੁਸੀਂ ਆਪਣਾ ਪੱਖ ਰੱਖੋ। ਜੀ। ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕੀਤੀ। ਹੁਣ ਇਹ ਦੇਖਣਾ ਹੋਵੇਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਵੀ ਹੋ ਰਹੀਆਂ ਨੇ ਤੇ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀਆਂ ਨੂੰ ਵੀ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਫੈਸਲਾ ਹੁੰਦਾ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।